बिस्मिल्लाहिर्रहमानिर्रहीम अस्सलाम वालेकुम व्यूवर्स की हाल उम्मीद है सारे ठीक होंगे। अल्लाह ताला सारिਆਂ ਨੂੰ ਆਪਣੇ ਘਰਾਂ 'ਚ ਖੁਸ਼ ਰੱਖੇ, ਆਬਾਦ ਰੱਖੇ, ਆਮੀਨ ਸੁਮਾ ਆਮੀਨ। ਜਿੱਤੇ व्यूवर्स ਅੱਜ ਬਣਾਵਾਂਗੇ ਕਾਲੀ ਮਿਰਚ ਵਾਲੇ ਲਾਹੌਰੀ ਚਨੇ। बहुत ही ज़बरदस्ती ਤੇ ਆਸਾਨ ਜੀ ਰੈਸਪੀ ਤੁਹਾਨੂੰ ਦਾਂਗੇ। ਚਲੋ ਦੇਖਦੇ ਆਪਾਂ ਇਹਨਾਂ ਨੂੰ ਕਿਸ ਤਰ੍ਹਾਂ ਬਣਾਇਆ। बिस्मिल्लाहिर्रहमानिर्रहीम ਪਹਿਲੇ ਆਪਾਂ ਪਾਣੀ ਲੈ ਲਿਆ ਵਾ। ਤੁਹਾਡੇ ਕੋਲ ਜਿੰਨੇ ਚਨੇ ਹੈਗੇ ਤੁਸੀਂ ਉਹਦੇ ਹਿਸਾਬ ਨਾਲ ਨਾ 3 ਗੁਣਾ ਪਾਣੀ ਤੁਸੀਂ ਇਹਦੇ ਵਿੱਚ ਸ਼ਾਮਲ ਕਰ ਲੈਣਾ। ਜੇ 1 ਪਿਆਲੀ ਚਨੇ ਆ ਤੇ ਤੁਸੀਂ 3 ਪਿਆਲੀਆਂ ਪਾਣੀ ਦੀਆਂ ਸ਼ਾਮਲ ਕਰ ਲਿਓ। ਜੇ ਤੁਸੀਂ ਕੁੱਕਰ 'ਚ ਬਣਾ ਰਹੇ ਹੋ ਤੇ ਜੇ ਤੁਸੀਂ ਕੜਾਈ ਜਾਂ ਦੇਗਚੀ ਵਗੈਰਾ 'ਚ ਬਣਾ ਰਹੇ ਹੋ ਤਾਂ ਫਿਰ ਪਾਣੀ ਤੁਸੀਂ ਆਪਣੀ ਜ਼ਰੂਰਤ ਦੇ ਮੁਤਾਬਕ ਜ਼ਿਆਦਾ ਪਾ ਲਿਓ। ਅਤੇ ਪਾਣੀ ਥੋੜ੍ਹਾ ਬਹੁਤ ਜ਼ਿਆਦਾ ਹੀ ਚਾਹੀਦਾ ਵਾ ਇਹਦੇ ਵਿੱਚ ਆਪਾਂ ਨੂੰ, ਕਿਉਂਕਿ ਜਿਹੜਾ ਪਾਣੀ ਚਨੇ ਬੋਆਇਲ ਕਰਨ ਤੋਂ ਬਾਅਦ ਬਚੇਗਾ ਉਹ ਆਪਾਂ ਯੂਜ਼ ਕਰਨਾ ਵਾ, ਉਹਨੂੰ ਵੀ ਆਪਾਂ ਜ਼ਾਇਆ ਨਹੀਂ ਕਰਨਾ। ਮੇਰੇ ਕੋਲ ਇੱਥੇ ਅੱਧਾ ਕਿਲੋ ਚਨੇ ਸੀਗੇ ਅਤੇ ਉਹਨਾਂ ਨੂੰ ਮੈਂ ਤਕਰੀਬਨ 1.5 ਲੀਟਰ ਤੋਂ ਪੌਣੇ 2 ਲੀਟਰ ਦੇ ਦਰਮਿਆਨ ਪਾਣੀ ਇਹਦੇ ਵਿੱਚ ਸ਼ਾਮਲ ਕਰ ਲਿਆ ਵਾ। ਅਤੇ ਚਨੇ ਜਿਹੜੇ ਆ ਉਹਨਾਂ ਨੂੰ 5 ਤੋਂ 6 ਘੰਟੇ ਲਈ ਭਿਗੋਇਆ ਹੋਇਆ ਸੀਗਾ। ਅਤੇ ਹੁਣ ਥੋੜ੍ਹਾ ਜਿਹਾ ਨਮਕ ਪਾ ਕੇ ਉਹਨਾਂ ਨੂੰ ਬੋਆਇਲ ਕਰਨ ਵਾਸਤੇ ਰੱਖ ਦਿੱਤਾ ਵਾ। ਅਤੇ ਜਦੋਂ ਹੁਣ ਨਾਲ ਹੀ ਪਹਿਲੇ ਆਪਾਂ ਥੋੜ੍ਹਾ ਜਿਹਾ ਪਾਣੀ ਗਰਮ ਕਰਾਂਗੇ। ਬਿਲਕੁਲ ਅੱਧਾ ਕੁ ਕੱਪ ਜਾਂ ਪੌਣਾ ਕੁ ਕੱਪ ਤੁਸੀਂ ਪਾਣੀ ਦਾ ਲੈ ਲੈਣਾ ਵਾ। ਅਤੇ ਇਹਦੇ ਵਿੱਚ 2 ਮੀਡੀਅਮ ਸਾਈਜ਼ ਦੇ ਪਿਆਜ਼ ਜਿਹੜੇ ਆ ਨਾ ਉਹ ਕੱਟ ਕੇ ਸ਼ਾਮਲ ਕਰ ਦੇਣੇ ਆ। ਪਿਆਜ਼ ਨੂੰ ਜੇ ਵੈਸੇ ਪੇਸਟ ਬਣਾ ਕੇ ਸ਼ਾਮਲ ਕੀਤਾ ਜਾਵੇ ਤਾਂ ਉਹ ਅੱਛੇ ਤਰੀਕੇ ਨਾਲ ਭੁੰਨ ਨਹੀਂ ਹੁੰਦਾ, ਭੁਨਾਈ ਉਹਦੀ ਅੱਛੇ ਤਰੀਕੇ ਨਾਲ ਨਹੀਂ ਹੁੰਦੀ। ਅਤੇ ਇਸ ਲਈ ਇਹਨੂੰ ਥੋੜ੍ਹਾ ਜਿਹਾ ਤੁਸੀਂ ਪਾਣੀ ਦੇ ਵਿੱਚ ਨਾ ਪਕਾ ਲੈਣਾ, ਬਹੁਤ ਜ਼ਿਆਦਾ ਨਹੀਂ ਪਕਾਉਣਾ, ਬਸ 1-2 ਬੋਆਇਲ ਦਿਲਵਾ ਕੇ ਅਤੇ ਉਹਨੂੰ ਆਪਾਂ ਠੰਡਾ ਕਰ ਲਾਂਗੇ। ਅਤੇ ਇੰਨੀ ਦੇਰ ਆਪਣੇ ਚਨੇ ਵੀ ਬੋਆਇਲ ਹੋ ਗਏ। ਦੇਖੋ ਮਾਸ਼ਾਅੱਲਾ ਕਿੰਨੇ ਜ਼ਬਰਦਸਤ ਚਨੇ ਬੋਆਇਲ ਹੋਏ ਆ ਅਤੇ ਇਹਨਾਂ ਦਾ ਛਿਲਕਾ ਵੀ ਬਿਲਕੁਲ ਅਲੱਗਾ ਨਹੀਂ ਹੋਇਆ। ਦੇਖੋ ਟੈਕਸਚਰ ਵੀ ਬਰਕਰਾਰ ਆ ਅਤੇ ਚਨੇ ਵੀ ਆਪਣੇ ਗਲੇ ਹੋਏ ਆ। ਅਤੇ ਇਹਦੇ ਵਿੱਚੋਂ ਥੋੜ੍ਹੇ ਜਿਹੇ ਚਨੇ ਆਪਾਂ ਕੱਢ ਲਾਂਗੇ, ਤਕਰੀਬਨ 1-1.5 ਕੱਪ ਉਬਲੇ ਹੋਏ ਚਨਿਆਂ ਦਾ ਅਲੱਗਾ ਕਰਾਂਗੇ ਅਤੇ ਬਾਕੀ ਦੇ ਚਨਿਆਂ ਨੂੰ ਅਲੱਗਾ ਕਰ ਦਾਂਗੇ। 2 ਤੋਂ 3 ਲੌਂਗ ਲਵਾਂਗੇ, ਘੀ ਸ਼ਾਮਲ ਕਰ ਦਿੱਤਾ ਵਾ ਬਰਤਨ ਦੇ ਵਿੱਚ। ਅਤੇ ਬਾਦੀਆਨ ਦਾ ਫੁੱਲ 2-3 ਪੱਤੀਆਂ ਮੈਂ ਇਹਦੇ ਵਿੱਚ ਸ਼ਾਮਲ ਕੀਤੀਆਂ ਤੋੜ ਕੇ। ਪੂਰਾ ਫੁੱਲ ਜੇ ਪਾਓ ਤਾਂ ਜ਼ਿਆਦਾ ਸਟਰੋਂਗ ਹੋ ਜਾਂਦਾ ਵਾ। ਅਤੇ ਥੋੜ੍ਹਾ ਜਿਹਾ ਇਹਦੇ ਵਿੱਚ ਦਾਰਚੀਨੀ ਦਾ ਟੁਕੜਾ ਸ਼ਾਮਲ ਕਰ ਦਿੱਤੇ ਛੋਟੇ-ਛੋਟੇ 2 ਅਤੇ 1 ਬੜੀ ਇਲਾਇਚੀ ਸ਼ਾਮਲ ਕੀਤੀਆਂ। ਥੋੜ੍ਹਾ ਜਿਹਾ ਜ਼ੀਰਾ ਸ਼ਾਮਲ ਕਰਾਂਗੇ। ਜ਼ੀਰਾ ਤਕਰੀਬਨ ਐਂਡ 'ਤੇ ਸ਼ਾਮਲ ਕਰਨਾ, ਕਿਉਂਕਿ ਜੇ ਤੁਸੀਂ ਜ਼ੀਰਾ ਪਹਿਲੇ ਸ਼ਾਮਲ ਕਰ ਲਿਆ ਅਤੇ ਇਹ ਮਸਾਲਿਆਂ ਦੇ ਰੋਸਟ ਹੁੰਦਿਆਂ ਨੂੰ, ਫਰਾਈ ਹੁੰਦਿਆਂ ਨੂੰ ਜਿਹੜਾ ਨਾ ਜ਼ੀਰਾ ਉਹ ਜਲ ਜਾਏਗਾ। ਅਤੇ ਥੋੜ੍ਹੀਆਂ ਜਿਹੀਆਂ ਕਾਲੀਆਂ ਮਿਰਚਾਂ ਤਕਰੀਬਨ ਅੱਧਾ ਕੁ ਚਮਚ ਦੇ ਵਿੱਚ ਸ਼ਾਮਲ ਕਰ ਦਿੱਤੀਆਂ ਸਾਬਤ। ਅਤੇ ਹੁਣ ਇਹਦੇ ਵਿੱਚ ਆਪਾਂ ਜਿਹੜਾ ਪਿਆਜ਼ ਥੋੜ੍ਹਾ ਜਿਹਾ ਬੋਆਇਲ ਕੀਤਾ ਸੀ ਨਾ ਉਹਨੂੰ, ਅਤੇ ਉਹਦਾ ਪੇਸਟ ਬਣਾ ਲਿਆ ਵਾ। ਅਤੇ ਇਸ ਤਰੀਕੇ ਨਾਲ ਕੀ ਹੁੰਦਾ, ਜੇ ਤੁਸੀਂ ਪਿਆਜ਼ ਨੂੰ ਥੋੜ੍ਹਾ ਜਿਹਾ ਨਾ ਬੋਆਇਲ ਦੇ ਕੇ ਨਾ 1-1.5 ਬੋਆਇਲ ਦੇ ਲਓ, 2 ਬੋਆਇਲ ਕਰਕੇ ਅਤੇ ਫਿਰ ਇਹਨੂੰ ਤੁਸੀਂ ਪੇਸਟ ਬਣਾਓ ਅਤੇ ਇਹਦਾ ਜਿਹੜਾ ਕੱਚਾਪਨ ਵੀ ਜਲਦੀ ਖ਼ਤਮ ਹੋ ਜਾਂਦਾ ਵਾ। ਅਤੇ ਇੱਕ ਅਜੀਬ ਜਿਹੀ ਜਿਹੜੀ ਕੱਚੇਪਨ ਦੀ ਸਮੈਲ ਜਿਹੀ ਹੁੰਦੀ ਹੈ ਨਾ ਬਾਜ਼ ਔਕਾਤ ਉਹ ਨਹੀਂ ਪੁੱਜਦਾ ਸਹੀ ਤਰੀਕੇ ਨਾਲ, ਜਿੰਨਾ ਮਰਜ਼ੀ ਭੁੰਨ ਲਓ ਅਤੇ ਉਹ ਵੀ ਖ਼ਤਮ ਹੋ ਜਾਂਦੀ ਹੈ। ਅਤੇ ਬਹੁਤ ਹੀ ਜ਼ਬਰਦਸਤ ਜੀ ਗ੍ਰੇਵੀ ਬਣਦੀ ਹੈ ਤੁਹਾਡੇ ਚਨਿਆਂ ਦੀ, ਜਾਂ ਕਿਹੜੇ ਵੀ ਸਾਲਨ 'ਚ ਤੁਸੀਂ ਇਹਨੂੰ ਸ਼ਾਮਲ ਕਰਨਾ ਚਾਹੋ ਅਤੇ ਸ਼ਾਮਲ ਕਰ ਸਕਦੇ ਹੋ। ਇਸੇ ਤਰੀਕੇ ਨਾਲ ਪਿਆਜ਼ ਨੂੰ ਥੋੜ੍ਹਾ ਜਿਹਾ ਪਕਾ ਕੇ ਫਿਰ ਬੋਆਇਲ ਕਰਕੇ ਅਤੇ ਹੁਣ ਇਹਨੂੰ ਅੱਛੇ ਤਰੀਕੇ ਦੇ ਨਾਲ ਇਹਨੂੰ ਫਰਾਈ ਕਰਾਂਗੇ। ਪਿਆਜ਼ ਆਪਣਾ ਫਰਾਈ ਹੋ ਗਿਆ ਵਾ। ਅਤੇ ਹੁਣ ਤਕਰੀਬਨ 1 ਚਮਚ ਫੁੱਲ ਭਰ ਕੇ ਲਸਣ ਅਤੇ ਅਦਰਕ ਕੁੱਟਿਆ ਹੋਇਆ, ਫਰੈਸ਼ ਕੁੱਟਿਆ ਹੋਇਆ ਸ਼ਾਮਲ ਕੀਤਾ ਵਾ। ਤੁਹਾਡੇ ਕੋਲ ਪੇਸਟ ਪਿਆ ਹੋਵੇ ਤਾਂ ਤੁਸੀਂ ਇਸਤੇਮਾਲ ਕਰ ਸਕਦੇ ਹੋ ਆਪਦੀ ਆਸਾਨੀ ਵਾਸਤੇ, ਲੇਕਿਨ ਕੋਸ਼ਿਸ਼ ਕਰਿਆ ਕਰੋ ਕਿ ਹਰ ਚੀਜ਼ ਜਿਹੜੀ ਆ ਫਰੈਸ਼ ਇਸਤੇਮਾਲ ਕਿਆ ਕਰੋ। ਕੱਚਾਪਨ ਖ਼ਤਮ ਕਰਾਂਗੇ ਇਹਨਾਂ ਦਾ। ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਜੇ। ਚੈਨਲ 'ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਆ ਜੇ। ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਆ ਤਾਂ ਕਿ ਆਉਣ ਵਾਲੀ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ। ਲਸਣ ਅਦਰਕ ਦਾ ਕੱਚਾਪਨ ਤਕਰੀਬਨ ਖ਼ਤਮ ਹੋ ਗਿਆ ਵਾ। ਅਤੇ ਬਹੁਤ ਜ਼ਿਆਦਾ ਇਹਦੇ ਵਿੱਚ ਆਪਾਂ ਕੋਈ ਮਸਾਲੇ ਸ਼ਾਮਲ ਨਹੀਂ ਕਰਨੇ, ਕੋਈ ਸੁਰਖ ਮਿਰਚ, ਹਲਦੀ ਵਗੈਰਾ ਆਪਾਂ ਸ਼ਾਮਲ ਨਹੀਂ ਕਰਨੀ, ਕਿਉਂਕਿ ਆਪਾਂ ਕਾਲੀ ਮਿਰਚ ਵਾਲੇ ਚਨੇ ਬਣਾ ਰਹੇ ਹਾਂ। ਅਤੇ ਇਸ ਲਈ ਮਸਾਲੇ ਵੀ ਜਿਹੜੇ ਸ਼ਾਮਲ ਕਰਨੇ ਆ ਉਹ ਵੀ ਥੋੜ੍ਹਾ ਜਿਹਾ ਹਿਸਾਬ ਦੇ ਨਾਲ ਹੀ ਤੁਸੀਂ ਸ਼ਾਮਲ ਕਰਨੇ ਆ। ਬਹੁਤ ਜ਼ਿਆਦਾ ਜੇ ਤੁਸੀਂ ਇਹ ਮਸਾਲੇ ਜਿਹੜੇ ਨਾ ਖੜ੍ਹੇ ਮਸਾਲੇ ਵੀ ਜਿਹੜੇ ਮੈਂ ਪਹਿਲੇ ਸ਼ਾਮਲ ਕੀਤੇ ਆ, ਇਹ ਤੁਸੀਂ ਜੇ ਬਹੁਤ ਜ਼ਿਆਦਾ ਸ਼ਾਮਲ ਕਰ ਦਿਓਗੇ ਅਤੇ ਉਹਦੇ ਨਾਲ ਕੀ ਹੋਏਗਾ, ਟੇਸਟ ਬਹੁਤ ਜ਼ਿਆਦਾ ਸਟਰੋਂਗ ਹੋ ਜਾਏਗਾ। ਅਤੇ ਮੈਂ ਥੋੜ੍ਹਾ ਜਿਹਾ ਪਾਣੀ ਦਾ ਛਿੱਟਾ ਲਾਇਆ ਵਾ। ਪਾਣੀ ਦਾ ਛਿੱਟਾ ਪਾਣੀ ਤੁਹਾਨੂੰ ਯੈਲੋ ਨਜ਼ਰ ਆ ਰਿਹਾ ਹੋਗਾ। ਇਹ ਪਾਣੀ ਜਿਹੜਾ ਆਪਣਾ ਚਨਿਆਂ ਦਾ ਪਾਣੀ ਬੋਆਇਲ ਕਰਕੇ ਬਚਿਆ ਹੋਇਆ ਨਾ, ਉਹੀ ਪਾਣੀ ਮੈਂ ਇਹਦੇ ਵਿੱਚ ਇਸਤੇਮਾਲ ਕਰਾਂਗੀ ਸਾਰੀ ਐਂਡ ਤੱਕ। ਅਤੇ ਇਸ ਲਈ ਉਸ ਪਾਣੀ ਨੂੰ ਤੁਸੀਂ ਜ਼ਾਇਆ ਨਹੀਂ ਕਰਨਾ। ਇਹ ਮੈਂ ਗਰਮ ਮਸਾਲਾ ਤਕਰੀਬਨ ਅੱਧਾ ਚਮਚ ਸ਼ਾਮਲ ਕਰ ਦਿੱਤਾ ਵਾ। ਸੁੱਕਾ ਧਨੀਆ ਸ਼ਾਮਲ ਕਰਾਂਗੇ ਨਾਲ, ਇਹ ਵੀ ਤਕਰੀਬਨ ਅੱਧਾ ਚਮਚ ਹੀ ਸ਼ਾਮਲ ਕੀਤਾ ਵਾ। ਅੱਧਾ ਕਿਲੋ ਚਨਿਆਂ ਅਤੇ ਉਹਦੇ ਹਿਸਾਬ ਨਾਲ ਮੈਂ ਥੋੜ੍ਹੇ ਮਸਾਲੇ ਸ਼ਾਮਲ ਕੀਤੇ ਤਾਂ ਕਿ ਬਹੁਤ ਜ਼ਿਆਦਾ ਸਟਰੋਂਗ ਜਿਹਾ ਟੇਸਟ ਵੀ ਨਾ ਆਵੇ ਅਤੇ ਚਨੇ ਜਿਹੜੇ ਆ ਬਹੁਤ ਹੀ ਮਜ਼ੇ ਦੇ ਬਣਨ, ਇਸ ਤਰ੍ਹਾਂ ਹੀ ਲੱਗੇ ਜਿਸ ਤਰ੍ਹਾਂ ਤੁਸੀਂ ਕਿਤੇ ਢਾਬੇ ਵਗੈਰਾ ਤੋਂ ਖਾ ਰਹੇ ਹੋ। ਥੋੜ੍ਹਾ ਜਿਹਾ ਨਮਕ ਸ਼ਾਮਲ ਕਰ ਦਿੱਤਾ ਵਾ। ਨਮਕ ਪਹਿਲੇ ਵੀ ਸ਼ਾਮਲ ਕੀਤਾ ਸੀ, ਇਸ ਲਈ ਤੁਸੀਂ ਨਮਕ ਜਿਹੜਾ ਹੱਥ ਰੋਕ ਕੇ ਸ਼ਾਮਲ ਕਰਨਾ ਵਾ। ਅਤੇ ਕਿਉਂਕਿ ਜੇ ਨਮਕ ਜ਼ਿਆਦਾ ਹੋ ਗਿਆ ਤਾਂ ਫਿਰ ਵੀ ਸਾਰਾ ਟੇਸਟ ਖ਼ਰਾਬ ਹੋ ਜਾਏਗਾ। ਅਤੇ ਇਹ ਮੈਂ ਇਹਦੇ ਵਿੱਚ ਦਹੀਂ ਸ਼ਾਮਲ ਕਰ ਦਿੱਤਾ, ਤਕਰੀਬਨ ਅੱਧਾ ਕੱਪ ਅੱਛੇ ਤਰੀਕੇ ਨਾਲ ਫੈਂਟ ਕੇ। ਦਹੀਂ ਨੂੰ ਜ਼ਰੂਰ ਜਦੋਂ ਵੀ ਇਸਤੇਮਾਲ ਕਰੋ ਅੱਛੇ ਤਰੀਕੇ ਨਾਲ ਫੈਂਟ ਕੇ ਇਸਤੇਮਾਲ ਕਰੋ।
ਜਦੋਂ ਸਾਲਨ ਵਗੈਰਾ 'ਚ ਪਾਉਣਾ। ਅਤੇ ਦੂਸਰੇ ਨੰਬਰ 'ਤੇ ਇਹ ਕਿ ਫਲੇਮ ਜਿਹੜਾ ਬਿਲਕੁਲ ਉਹਨੂੰ ਦਮ ਵਾਲਾ ਕਰ ਲਿਆ ਕਰੋ, ਤਾਂ ਕਿ ਅੱਛੇ ਤਰੀਕੇ ਨਾਲ ਦਹੀਂ ਦਾ ਜਿਹੜਾ ਵਾ ਨਾ ਭੁਨਾਈ ਵਗੈਰਾ ਇਹਦਾ ਵੀ ਪਾਣੀ ਜਿਹੜਾ ਖੁਸ਼ਕ ਹੋ ਜਾਵੇ ਅਤੇ ਦਹੀਂ ਫਟੇ ਨਾ। ਦਹੀਂ ਫਟ ਜਾਂਦਾ ਵਾ ਅਤੇ ਸਾਲਨ ਦਾ ਜਿਹੜਾ ਨਾ ਅੱਛਾ ਨਹੀਂ ਲੱਗਦੀਆਂ ਫੁੱਟੀਆਂ ਜਿਹੀਆਂ, ਫਿਰ ਖ਼ਤਮ ਨਹੀਂ ਹੁੰਦੀਆਂ ਬਾਅਦ ਦੇ ਵਿੱਚ। ਅਤੇ ਜਾਂ ਫਲੇਮ ਨੂੰ ਬਿਲਕੁਲ ਬੰਦ ਕਰ ਲਿਆ ਕਰੋ। ਅਤੇ ਚਨੇ ਜਿਹੜੇ ਬੋਇਲ ਕਰਕੇ ਰੱਖੇ ਸੀ ਉਹਨਾਂ ਵਿੱਚੋਂ ਤਕਰੀਬਨ 1.5 ਕੱਪ ਮੈਂ ਲੈਦਾ ਤੋਂ ਪੇਸਟ ਬਣਾ ਲਿਆ। ਅਤੇ ਬਾਕੀ ਦੇ ਚਨੇ ਅੱਛੇ ਤਰੀਕੇ ਦੇ ਨਾਲ ਇਹਦੇ ਵਿੱਚ ਪਾ ਕੇ ਆਪਾਂ ਮਸਾਲੇ ਦੇ ਫਰਾਈ ਕਰ ਲਾਂਗੇ ਇਹਨਾਂ ਨੂੰ। ਜਿੰਨੀ ਜ਼ਿਆਦਾ ਅੱਛੇ ਤਰੀਕੇ ਨਾਲ ਚਨਿਆਂ ਦੀ ਬਣਾਈ ਹੋਏਗੀ ਉਨੀ ਹੀ ਜ਼ਬਰਦਸਤ ਸਾਲਨ ਦਾ ਮਜ਼ਾ ਆਏਗਾ ਤੁਹਾਨੂੰ, ਕਿਉਂਕਿ ਆਪਣੇ ਪਾਕਿਸਤਾਨੀ ਖਾਣਿਆਂ ਦੀ ਖਾਸ ਗੱਲ ਹੀ ਇਹ ਆ ਕਿ ਇਹਨਾਂ ਦੇ ਵਿੱਚ ਜਿੰਨੀ ਇਹਨਾਂ ਦੀ ਬਣਾਈ ਕੀਤੀ ਜਾਵੇ ਉਨੇ ਹੀ ਜ਼ਬਰਦਸਤ ਟੇਸਟ ਡਿਵੈਲਪ ਹੁੰਦੇ ਆ। ਅਤੇ ਦੇਖੋ ਮਾਸ਼ਾਅੱਲਾ ਜ਼ਬਰਦਸਤ ਚਨਿਆਂ ਦੀ ਬਣਾਈ ਕਰਨੀ ਆ ਆਪਾਂ। ਅਤੇ ਇਸ ਚੀਜ਼ ਦਾ ਤੁਸੀਂ ਖਿਆਲ ਰੱਖਣਾ ਵਾ ਕਿ ਕਾਲੀ ਮਿਰਚ ਪਹਿਲੇ ਸ਼ਾਮਿਲ ਨਹੀਂ ਕਰਨੀ। ਹੁਣ ਤੁਸੀਂ ਚਨੇ ਜਦੋਂ ਭੁੰਨ ਲਏ ਆ ਉਦੋਂ ਇਹਦੇ ਵਿੱਚ ਤਕਰੀਬਨ 1 ਤੋਂ ਅੱਧਾ ਚਮਚ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ, ਮੈਂ ਤਕਰੀਬਨ ਪੌਣਾ ਚਮਚ ਸ਼ਾਮਿਲ ਕੀਤਾ ਇਹਦੇ ਵਿੱਚ ਕਾਲੀ ਮਿਰਚ ਦਾ ਸ਼ਾਮਿਲ ਕਰ ਲਾਂਗੇ ਬਾਰੀਕ ਪੀਸੀ ਹੋਈ। ਅਤੇ ਇਹ ਜਿਹੜਾ ਹੁਣ ਉਸ ਤੋਂ ਬਾਅਦ ਆਪਾਂ ਜਿਹੜੇ ਚਨੇ ਰੱਖੇ ਸੀਗੇ ਬੋਇਲ ਕੀਤੇ ਹੋਏ, ਉਹਨਾਂ ਵਿੱਚ ਥੋੜ੍ਹਾ ਜਿਹਾ ਉਹੀ ਪਾਣੀ ਜਿਹੜਾ ਚਨਿਆਂ ਦਾ ਲੈਫਟ ਓਵਰ ਪਾਣੀ ਸੀਗਾ ਉਹੀ ਪਾ ਕੇ ਅਤੇ ਇਹਨਾਂ ਨੂੰ ਅੱਛੇ ਤਰੀਕੇ ਨਾਲ ਪੇਸਟ ਬਣਾ ਲਿਆ ਵਾ। ਹੁਣ ਇਹਨਾਂ ਦੀ ਭੁਨਾਈ ਕਰਾਂਗੇ। ਚਨਿਆਂ ਦਾ ਪੇਸਟ ਜਿਹੜਾ ਵਾ ਤੁਸੀਂ ਚਨਿਆਂ ਤੋਂ ਪਹਿਲੇ ਨਹੀਂ ਪਾਉਣਾ, ਨਹੀਂ ਤਾਂ ਨਾ ਤਾਂ ਮਸਾਲਾ ਭੁੰਨ ਹੋਏਗਾ ਨਾ ਅੱਛੇ ਤਰੀਕੇ ਨਾਲ ਸਾਲਨ ਦੀ ਭੁਨਾਈ ਹੋਏਗੀ। ਪਹਿਲੇ ਚਨੇ ਭੁੰਨਣੇ ਆ ਅਤੇ ਉਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਪੇਸਟ ਪਾ ਕੇ ਅਤੇ ਇਹਦੀ ਭੁਨਾਈ ਕਰ ਲੈਣੀ ਅੱਛੇ ਤਰੀਕੇ ਦੇ ਨਾਲ। ਥੋੜ੍ਹਾ ਜਿਹਾ ਪਾਣੀ ਦਾ ਖੰਗਾਲ ਪਾ ਲਾਂਗੇ ਜਿਹੜਾ ਬਲੈਂਡਰ ਦੇ ਵਿੱਚ ਲੱਗਾ ਹੋਇਆ ਸੀ ਚਨੇ ਵਗੈਰਾ, ਤਾਂ ਕਿ ਉਹ ਜ਼ਾਇਆ ਨਾ ਹੋਣ। ਜ਼ਬਰਦਸਤ ਇਹਦੀ ਭੁਨਾਈ ਕਰੋ। ਜਿਹੜੀ ਕਾਲੀ ਮਿਰਚ ਆ ਉਹ ਮੈਂ ਹਜੇ ਇਹਦੇ ਵਿੱਚ ਥੋੜ੍ਹੀ ਸ਼ਾਮਿਲ ਕੀਤੀ ਹੈ ਅਤੇ ਬਾਕੀ ਦੀ ਟੇਸਟ ਦੇ ਅਕੋਰਡਿੰਗ ਜਿਹੜੀ ਸ਼ਾਮਿਲ ਕਰਨੀ ਹੈ ਉਹ ਮੈਂ ਤੁਹਾਨੂੰ ਦੱਸਾਂਗੀ ਕਦੋਂ ਸ਼ਾਮਿਲ ਕਰਨੀ ਹੈ। ਅਤੇ ਭੁਨਾਈ ਦੇ ਦੌਰਾਨ ਆਪਾਂ ਤਕਰੀਬਨ 5 ਤੋਂ 7 8 10 ਜਿੰਨੀਆਂ ਵੀ ਤੁਸੀਂ ਚਾਹੋ ਸਬਜ਼ ਮਿਰਚ ਉਹਨਾਂ ਨੂੰ ਕੱਟ ਲਾ ਕੇ ਪਹਿਲੇ ਚੈੱਕ ਕਰ ਲੈਣਾ ਵਾ ਵਿੱਚ ਕੀੜਾ ਵਗੈਰਾ ਨਾ ਹੋਵੇ, ਅਤੇ ਇਹਦੇ ਵਿੱਚ ਸ਼ਾਮਿਲ ਕਰ ਦੇਣੀਆਂ ਵਾ ਤਾਂ ਕਿ ਇਹ ਵੀ ਅੱਛੇ ਤਰੀਕੇ ਨਾਲ ਆਪਣਾ ਟੇਸਟ ਜਿਹੜਾ ਵਾ ਛੱਡ ਦੇਣ। ਥੋੜ੍ਹਾ ਜਿਹਾ ਪਾਣੀ ਦਾ ਛਿੱਟਾ ਲਾ ਕੇ ਇਹਨੂੰ ਅੱਛੇ ਤਰੀਕੇ ਦੇ ਨਾਲ ਤੁਸੀਂ ਇਹਨੂੰ ਜਿਹੜਾ ਵਾ ਨਾ ਭੁੰਨ ਲੈਣਾ ਵਾ। ਅਤੇ ਇਹ ਜਿਹੜਾ ਮੇਰੇ ਕੋਲ ਪਾਣੀ ਸੀਗਾ ਮੈਂ ਸਾਰਾ ਹੀ ਇਹਦੇ ਵਿੱਚ ਹੁਣ ਸ਼ਾਮਿਲ ਕਰ ਦਿੱਤਾ ਵਾ, ਜਿਹੜਾ ਬਚਿਆ ਹੋਇਆ ਸੀ ਤਕਰੀਬਨ 1.5 ਗਲਾਸ ਸੀਗਾ। ਅਤੇ ਹੁਣ ਇਹਨੂੰ ਆਪਾਂ ਜਿਹੜਾ ਵਾ ਅੱਛੇ ਤਰੀਕੇ ਨਾਲ ਭੁੰਨਾਂਗੇ, ਲਿਡ ਲਾ ਦਿਆਂਗੇ। ਅਤੇ ਇਹ ਦੇਖੋ ਲਿਡ ਲਾ ਕੇ ਤਕਰੀਬਨ 2 ਤੋਂ 3 ਮਿੰਟ ਬਾਅਦ ਇਹਨੂੰ ਮੈਂ ਚੈੱਕ ਕਰਾਂਗੀ, ਲੇਕਿਨ ਇਹ ਪਾਣੀ ਹਜੇ ਥੋੜ੍ਹਾ ਜ਼ਿਆਦਾ ਲੱਗ ਰਿਹਾ ਵਾ ਅਤੇ ਇਸ ਲਈ ਇਹਨੂੰ ਥੋੜ੍ਹੀ ਦੇਰ ਵਾਸਤੇ ਹੋਰ ਕਵਰ ਕਰਕੇ ਪਕਾਵਾਂਗੇ। ਅਤੇ ਇਹ ਦੇਖੋ ਮਾਸ਼ਾਅੱਲਾ ਕਿੰਨਾ ਜ਼ਬਰਦਸਤ ਕਰੀਮ ਅਤੇ ਮੱਖਣ ਮਲਾਈ ਵਰਗਾ ਟੇਸਟ, ਟੈਕਸਚਰ ਹੀ ਬੜਾ ਜ਼ਬਰਦਸਤ ਬਣ ਗਿਆ ਵਾ ਸਾਲਨ ਦਾ। ਅਤੇ ਇਹ ਦੇਖੋ ਮਾਸ਼ਾਅੱਲਾ ਤਕਰੀਬਨ 1.5 ਚਮਚ ਕਾਲੀ ਮਿਰਚ ਮੈਂ ਫਰੈਸ਼ ਕੁੱਟ ਕੇ ਹੁਣ ਇਹਦੇ ਵਿੱਚ ਐਂਡ 'ਤੇ ਸ਼ਾਮਿਲ ਕੀਤੀ ਆ। ਅਤੇ ਇਸੇ ਤਰੀਕੇ ਨਾਲ ਤੁਸੀਂ ਜਦੋਂ ਇੰਨੀ ਗਰੇਵੀ ਰਹਿ ਜਾਵੇ, ਜੇ ਜ਼ਿਆਦਾ ਰੱਖਣਾ ਚਾਹੋ ਤਾਂ ਤੁਸੀਂ ਜ਼ਿਆਦਾ ਵੀ ਰੱਖ ਸਕਦੇ ਹੋ। ਅਤੇ ਇਹ ਦੇਖੋ ਮਾਸ਼ਾਅੱਲਾ ਜ਼ਬਰਦਸਤ ਜੀ ਫਾਈਨਲ ਲੁੱਕ ਆਪਣੇ ਸਫੇਦ ਚਨੇ ਕਾਲੀ ਮਿਰਚ ਦੇ ਨਾਲ ਬਣ ਕੇ ਤਿਆਰ ਆ। ਇਹਨਾਂ ਨੂੰ ਤੁਸੀਂ ਨਾਸ਼ਤੇ ਵਾਸਤੇ ਬਣਾ ਸਕਦੇ ਹੋ, ਵੈਸੇ ਵੀ ਤੁਸੀਂ ਸ਼ਾਮ ਦੇ ਖਾਣੇ ਵਿੱਚ ਵੀ ਬਣਾ ਸਕਦੇ ਹੋ। ਅਤੇ ਦੇਖੋ ਨਾਨ ਦੇ ਨਾਲ, ਚਪਾਤੀ ਨਾਲ, ਪਰਾਠੇ ਦੇ ਨਾਲ, ਜਿਹੜੀ ਚੀਜ਼ ਦੇ ਨਾਲ ਮਰਜ਼ੀ ਇਹਨਾਂ ਨੂੰ ਸਰਵ ਕਰੋ। ਬਹੁਤ ਹੀ ਮਜ਼ੇ ਦੇ ਅਤੇ ਬਹੁਤ ਹੀ ਲਾਜਵਾਬ ਚਨੇ ਆਪਣੇ ਬਣ ਕੇ ਤਿਆਰ ਆ। ਦੇਖੋ ਮਾਸ਼ਾਅੱਲਾ ਗਰੇਵੀ ਕਿੰਨੀ ਜ਼ਬਰਦਸਤ ਆ, ਨਾ ਤਾਂ ਬਿਲਕੁਲ ਸੁੱਕੇ ਆ ਅਤੇ ਨਾ ਬਹੁਤ ਜ਼ਿਆਦਾ ਗਰੇਵੀ ਹੈ ਇਹਨਾਂ ਦੇ ਵਿੱਚ ਕਿ ਸ਼ੋਰਬਾ ਟਾਈਪ ਲੱਗੇ। ਅਤੇ ਇਹਨਾਂ ਨੂੰ ਜਦੋਂ ਤੁਸੀਂ ਸਰਵ ਕਰੋ ਨਾਲ ਥੋੜ੍ਹਾ ਜਿਹਾ ਦਹੀਂ ਵੀ ਨਾਲ ਸਰਵ ਕਰੋ ਅਤੇ ਬਹੁਤ ਹੀ ਮਜ਼ੇ ਦੇ ਲੱਗਣਗੇ। ਅਤੇ ਬਹੁਤ ਹੀ ਜ਼ਬਰਦਸਤ ਜੀ ਰੈਸਪੀ ਆਪਣੀ ਬਣ ਕੇ ਤਿਆਰ ਹੋ ਗਈ ਆ। ਅਤੇ ਹੁਣ ਇੱਕ ਥੋੜ੍ਹਾ ਜਿਹਾ ਸਟੈਪ ਹੋਰ ਰਹਿ ਗਿਆ, ਉਹ ਤੁਸੀਂ ਚਾਹੋ ਤਾਂ ਕਰ ਲਓ, ਨਹੀਂ ਦਿਲ ਕਰਦਾ ਤਾਂ ਨਾ ਕਰੋ। ਅਤੇ ਇਹ ਦੇਖੋ ਕੋਈ ਤਰੀ ਵਗੈਰਾ ਆਪਾਂ ਇਹਦੇ ਉੱਤੇ ਨਹੀਂ ਪਾਣੀ, ਥੋੜ੍ਹਾ ਜਿਹਾ ਆਪਾਂ ਤਕਰੀਬਨ 2-3 ਚਮਚ ਦੇਸੀ ਘੀ ਦੇ ਲਵਾਂਗੇ, ਉਹਨੂੰ ਅੱਛੇ ਤਰੀਕੇ ਨਾਲ ਗਰਮ ਕਰਾਂਗੇ ਅਤੇ ਉਹਨੂੰ ਇਹਦੇ ਉੱਪਰ ਆਪਾਂ ਪਾ ਦਿਆਂਗੇ, ਜਿਹਦੇ ਨਾਲ ਟੇਸਟ ਜਿਹੜਾ ਵਾ ਹੋਰ ਜ਼ਿਆਦਾ ਵੱਧ ਜਾਏਗਾ। ਅਤੇ ਬਹੁਤ ਹੀ ਮਜ਼ੇ ਦੀ ਖੁਸ਼ਬੂ ਆ ਰਹੀ ਹੈ ਅਤੇ ਬਹੁਤ ਹੀ ਜ਼ਬਰਦਸਤ ਜਿਹਾ ਟੇਸਟ ਅਤੇ ਲਾਜਵਾਬ ਜਿਹੇ ਲਾਹੌਰੀ ਚਨੇ ਆਪਣੇ ਤਿਆਰ ਹੋ ਗਏ ਆ। ਮੇਰੇ ਬਾਕੀ ਦੇ ਚੈਨਲ ਦਾ ਵਿਜ਼ਿਟ ਕਰੋ, ਤੁਹਾਨੂੰ ਵੀਡੀਓਜ਼ ਅੱਛੀਆਂ ਲੱਗਣ ਜ਼ਰੂਰ ਉਹਨਾਂ ਨੂੰ ਲਾਈਕ ਕਰੋ, ਸ਼ੇਅਰ ਕਰੋ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਅਤੇ ਜਿਹੜੀਆਂ ਵੀਡੀਓਜ਼ ਆ, ਜੇ ਤੁਹਾਨੂੰ ਇਹਨਾਂ ਵਿੱਚ ਕੋਈ ਮਸਲਾ ਲੱਗਦਾ ਵਾ ਮੇਰੀ ਵੀਡੀਓ ਬਣਾਉਣ ਦੇ ਵਿੱਚ ਜਾਂ ਕੋਈ ਹੋਰ ਮਸਲਾ ਵੀਡੀਓ ਦੇ ਵਿੱਚ ਆ, ਅਤੇ ਮੈਨੂੰ ਜ਼ਰੂਰ ਦੱਸੋ ਤਾਂ ਕਿ ਮੈਂ ਆਪਦੀ ਕਮੀ ਕੋਤਾਹੀ ਨੂੰ ਪੂਰੀ ਕਰ ਸਕਾਂ, ਅਤੇ ਤਾਂ ਕਿ ਮੇਰਾ ਚੈਨਲ ਵੀ ਜਿਹੜਾ ਵਾ ਉਹ ਜ਼ਬਰਦਸਤ ਤਰੀਕੇ ਦੇ ਨਾਲ ਗਰੋ ਕਰ ਸਕੇ। ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਲਈ ਬਹੁਤ ਹੀ ਆਸਾਨ ਜੀ ਰੈਸਪੀ ਲੈ ਕੇ ਆਈ ਜਾਵੇ, ਜਿਹੜੇ ਦੇ ਵਿੱਚ ਬਜਟ ਵੀ ਬਹੁਤ ਜ਼ਿਆਦਾ ਨਾ ਲੱਗੇ ਤੁਹਾਡਾ ਅਤੇ ਬਣਨ ਦੇ ਵਿੱਚ ਵੀ ਬਹੁਤ ਹੀ ਆਸਾਨ ਹੋਵੇ। ਇਸ ਲਈ ਜ਼ਰੂਰ ਮੇਰੇ ਚੈਨਲ ਨੂੰ ਜਿਹੜਾ ਵਾ ਐਪਰੀਸ਼ੀਏਟ ਕਰੋ ਅਤੇ ਮਾਸ਼ਾਅੱਲਾ ਜ਼ਬਰਦਸਤ ਚਨੇ ਬਣਾ ਕੇ ਜ਼ਰੂਰ ਇੰਜੋਏ ਕਰਿਆ ਜੇ। ਮਿਲਦੇ ਹਾਂ ਕਿਸੇ ਨੈਕਸਟ ਵੀਡੀਓ 'ਚ, ਉਦੋਂ ਤੱਕ ਲਈ ਅੱਲਾ ਹਾਫਿਜ਼।